ਦਾਦੇ ਨੂੰ ਤੇ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਤਰੀਕਾ ਆਉਂਦਾ ਝੋਲੀਆਂ ਫੈਲਾਉਣ ਦਾ। ਦੀ ਗੱਲ ਕਰੀਏ ਤਾਂ ਉਹਨਾਂ ਦਾ ਸਮੁੱਚਾ ਜੀਵਨ ਹੀ ਮਨੁੱਖਤਾਵਾਦੀ ਸੀ। ਉਹਨਾਂ ਨੇ ਆਪਣੀ ਬਾਣੀ ਅੰਦਰ ਸੰਸਾਰ ਵਿੱਚ ਧਰਮ ਦੀ ਸਥਾਪਨਾ ਨੂੰ ਆਪਣਾ ਜੀਵਨ ਦੱਸਿਆ ਹੈ। ਯਾਹੀ ਕਾਜ ਤਰਾਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ ਦੁਸ਼ ਸਬਰ ਕੋ ਮੂਲ ਉਪਾਰਨ। ਇਸ ਮਕਸਦ ਦੀ ਤਿਆਰੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਬੀਰ ਰਸੀ ਅਤੇ ਆਧਿਆਤਮਕ ਰਚਨਾਵਾਂ ਦੀ ਸਿਰਜਣਾ ਕੀਤੀ ਤਾਂ ਜੋ ਦਬੀ ਕੁਚਲੀ ਲੁਗਾਈ ਨੂੰ ਆਤਮਿਕ ਤੌਰ ਤੇ ਬਲਵਾਨ ਕੀਤਾ ਜਾ ਸਕੇ। ਇਸ ਕੰਮ ਲਈ ਉਹਨਾਂ ਨੇ ਯਮੁਨਾ ਦਰਿਆ ਦੇ ਕੰਢੇ ਉੱਪਰ ਸਥਿਤ ਇਸ ਰਮਣੀਕ ਸਥਾਨ ਨੂੰ ਚੁਣਿਆ, ਜਿਸ ਨੂੰ ਪੌਂਟਾ ਸਾਹਿਬ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਭਾਰਤ ਦੇ ਨਾਮਵਰ 52 ਕਵੀਆਂ ਨੂੰ ਵੀ ਸ਼ਾਮਲ ਕੀਤਾ। ਕਵੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ, 52 ਕਵੀ ਹਜ਼ੂਰ ਗੁਰੂ ਰਹਿਤ ਸਦਾ ਹੀ ਪਾਸ, ਆਵੇ ਜਾਏ ਅਨੇਕ ਹੀ ਕਹਿ ਜਸ ਲੈ ਧਨ ਰਾਸ। ਗੁਰੂ ਸਾਹਿਬ ਨੇ ਆਪ ਜੀ ਸਾਹਿਬ ਦੀ ਰਚਨਾ ਕੀਤੀ। ਉਸ ਵਿੱਚ ਜਾਪ ਸਾਹਿਬ, ਸਵਈਏ, ਚੌਪਈ, ਚੰਡੀ ਦੀ ਵਾਰ ਵੀ ਸ਼ਾਮਲ ਹਨ। ਗੁਰੂ ਸਾਹਿਬ ਕਵੀਆਂ ਦੀਆਂ ਰਚਨਾਵਾਂ ਨੂੰ ਸੁਣ ਕੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਦਿੰਦੇ ਸਨ। ਗੁਰੂ ਸਾਹਿਬ ਵੱਲੋਂ ਇਸ ਪੌਂਟਾ ਸਾਹਿਬ ਦੀ ਧਰਤੀ ਤੇ ਕਈ ਸੰਮੇਲਨ ਕਰਵਾਉਣ ਦੀ ਪਰੰਪਰਾ ਦੇ ਅੰਤਰਗਤ ਅੱਜ ਦਾ ਇਹ ਕਵੀ ਸੰਮੇਲਨ ਉਲੀਕਿਆ ਗਿਆ ਹੈ। ਇਸ ਸੰਮੇਲਨ ਵਿੱਚ ਪ੍ਰਸਤੁਤ ਹੋਈਆਂ ਰਚਨਾਵਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਪੁਸਤਕ ਰੂਪ ਵਿੱਚ ਵੀ ਛਾਪਿਆ ਗਿਆ ਹੈ। ਮੈਂ ਆਸ ਕਰਦਾ ਹਾਂ ਕਿ ਸੰਗਤਾਂ ਜਿੱਥੇ ਅੱਜ ਦੇ ਕਵੀ ਸੰਮੇਲਨ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਵਾਕਫ ਹੋਣਗੀਆਂ, ਉੱਥੇ ਇਹਨਾਂ ਰਚਨਾਵਾਂ ਦੀ ਪੁਸਤਕ ਪੜ੍ਹ ਕੇ ਪਾਠਕ ਵੀ ਭਰਪੂਰ ਲਾਹਾ ਲੈ ਸਕਣਗੇ। ਇਹਦੇ ਨਾਲ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਜਿਹੜੇ 6 ਪ੍ਰੋਗਰਾਮ ਨੇ, ਉਹਨਾਂ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਸਜਾਇਆ ਜਾ ਰਿਹਾ ਹੈ। ਦੂਸਰਾ ਪ੍ਰੋਗਰਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੀ ਸੰਪੂਰਨਤਾ ਕੀਤੀ ਸਤਿਗੁਰੂ ਜੀ ਨੇ। ਤੇ ਤੀਸਰਾ ਪ੍ਰੋਗਰਾਮ ਜ਼ਫਰਨਾਮੇ ਦੀ ਪਵਿੱਤਰ ਧਰਤੀ ਦੀਨਾ ਕਾਂਗੜ ਤੇ ਵੀ ਕਰਵਾਇਆ ਜਾਣਾ ਹੈ, ਜਿੱਥੋਂ ਜ਼ਫਰਨਾਮਾ ਸਤਿਗੁਰੂ ਜੀ ਨੇ ਜਾਰੀ ਕੀਤਾ। ਤੇ ਫਿਰ ਉਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਵੀ ਗੁਰਮਤਿ ਸਮਾਗਮ ਕਰਵਾਏ ਜਾਣੇ ਨੇ। ਅਤੇ ਚੌਥਾ ਸਮਾਗਮ ਜਿਹੜਾ ਹੈ ਉਹ ਆਪਣਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਅਸਥਾਨ ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਪੱਧਰ ਤੇ 28 ਅਕਤੂਬਰ ਨੂੰ ਜਿਹੜਾ ਉਹ ਸਮਾਗਮ ਕਰਵਾਇਆ ਜਾਣਾ ਹੈ। ਇਸ ਤੋਂ ਬਾਅਦ 1 ਨਵੰਬਰ ਤੋਂ ਲੈ ਕੇ ਇੱਕ ਮਾਰਚ, ਵਿਸ਼ਾਲ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ 'ਚੋਂ ਹੁੰਦਾ ਹੋਇਆ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇਹ ਜਿਹੜਾ ਮਾਰਚ ਹੈ ਇਹ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੇਗਾ। ਹੁਣ ਇਸ ਸ਼ੁਭ ਦਿਹਾੜੇ ਤੇ ਸਮਾਗਮ ਵਿੱਚ ਸ਼ਾਮਿਲ ਨਾਮਵਰ 52 ਕਵੀਆਂ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਵਿਤਾਵਾਂ ਦੀ ਕਾਵ ਪੁਸਤਕ ਤੇਰੇ ਦਰ ਤੇ ਵਗਦੀ ਕਾਵ ਨਦੀ। ਇਸ ਕਵੀ ਸੰਮੇਲਨ ਨੂੰ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 18 ਦਿਨ ਲਗਾਤਾਰ ਇਸ ਇਲਾਕੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਸੱਜਣਾ, ਕਵੀਸ਼ਰੀ ਤੇ ਪ੍ਰਚਾਰਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਪਿੰਡ ਜਾ ਕੇ, ਘਰ ਜਾ ਕੇ ਦਸਤਕ ਦਿੱਤੀ ਹੈ ਕਿ 52 ਕਵੀਆਂ ਦੀ ਜਿਹੜੀ ਕਵੀ ਸੰਮੇਲਨ ਹੋ ਰਿਹਾ ਹੈ ਸਤਿਗੁਰੂ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੀ ਉਸ ਯਾਦ ਨੂੰ ਤਾਜ਼ਾ ਕਰਨ ਲਈ ਇਹ ਕੀਤਾ ਜਾ ਰਿਹਾ ਹੈ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕਵੀ ਸੱਜਣਾ ਨੂੰ ਉਤਸ਼ਾਹਿਤ ਕਰਨ ਲਈ ਵੈਸੇ ਤਾਂ ਮੈਨੂੰ ਫਖਰ ਹੈ ਇਸ ਗੱਲ ਦਾ ਕਿ ਜਦੋਂ ਦੀ ਮੈਂ ਸੇਵਾ ਸੰਭਾਲ ਕੀਤੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ
ਮੈਂ ਬਹੁਤ ਵੱਡਾ ਇਹਨਾਂ ਨੂੰ ਉਤਸ਼ਾਹਿਤ ਕਰਨ ਦਾ ਉਦਮ ਉਪਰਾਲਾ ਕਰਦਾ ਆ ਰਿਹਾ ਹਾਂ। ਹਰ ਸਾਲ ਇੱਕ ਇਨਾਮੀ ਕਵੀ ਦਰਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਇਆ ਜਾਇਆ ਕਰੇਗਾ। ਜਿਹਦੇ ਵਿੱਚ ਜਿਹੜਾ ਸਭ ਤੋਂ ਸ੍ਰੇਸ਼ਟ ਕਵੀ ਸੱਜਣ ਆਪਣੀ ਕਾਵਿ ਰਚਨਾਵਾਂ ਪੇਸ਼ ਕਰਨਗੇ, ਉਹਨਾਂ ਨੂੰ 2 ਲੱਖ ਰੁਪਇਆ ਇਨਾਮ ਦਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾ ਰਿਹਾ। ਤੇ ਮੈਨੂੰ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੈਕਸਟ ਨੇ ਉਹ ਕੰਮ ਚਲਾਉਂਦੇ ਨੇ, ਉਹਨਾਂ ਨੇ ਮੈਨੂੰ ਕੰਨਾਂ 'ਚ ਆਵਾਜ਼ ਪਾਈ ਹੈ ਕਿ ਇੱਥੇ ਇੱਕ ਬਹੁਤ ਵੱਡਾ ਦੀਵਾਨ ਹਾਲ ਬਣਾਇਆ ਰਹੇ ਹਾਂ ਅਸੀਂ, ਜਿੱਥੇ ਕਵੀ ਸੰਮੇਲਨਾਂ ਵਾਸਤੇ ਖਾਸ ਤੌਰ 'ਤੇ ਜਦੋਂ ਸੰਗਤਾਂ ਦੀ ਆਮਦ ਵੱਧਦੀ ਹੈ ਤੇ ਥਾਂ ਥੋੜ੍ਹ ਹੋ ਜਾਂਦੀ ਹੈ, ਤਾਂ ਉਸ ਅਸਥਾਨ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ 10 ਲੱਖ ਰੁਪਏ ਦੀ ਰਾਸ਼ੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਨੂੰ ਭੇਟਾ ਕਰਦਾ। ਇਸ ਮੌਕੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਵੱਲੋਂ ਲੋਈ ਤੇ ਸਰੋਪੇ ਦੇ ਕੇ ਜਥੇਦਾਰ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਦਸਮ ਪਿਤਾ ਨੇ ਜਿੱਥੇ ਜ਼ਬਰ ਤੇ ਜ਼ੁਲਮ ਵਿਰੁੱਧ ਤਲਵਾਰ ਉਠਾ ਕੇ ਆਪਣਾ ਸਰਬੰਸ ਵਾਰਿਆ ਤੇ ਮਜ਼ਲੂਮਾਂ ਦੀ ਰਾਖੀ ਕੀਤੀ, ਉੱਥੇ ਕਾਵਿ ਰੂਪ ਵਿੱਚ ਮਹਾਨ ਬਾਣੀ ਰਚੀ ਅਤੇ ਗੁਰਦੁਆਰਾ ਸ਼੍ਰੀ ਕਵੀ ਅਸਥਾਨ ਵਿਖੇ ਵੱਖ-ਵੱਖ ਧਰਮਾਂ, ਭਾਸ਼ਾਵਾਂ ਤੇ ਖੇਤਰਾਂ ਦੇ 52 ਕਵੀਆਂ ਨੂੰ ਸਨਮਾਨ ਬਖਸ਼ਿਆ। ਉਹਨਾਂ ਕਿਹਾ ਕਿ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦੇ ਨੇ। ਇਸ ਪਾਵਨ ਅਸਥਾਨ ਤੇ ਸਾਹਿਬਾਂ ਨੇ 52 ਕਵੀ ਰੱਖ ਕੇ ਉਹਨਾਂ ਦੇ ਪਾਸੋਂ ਨਿਤ ਨਵੀਨ ਕਾਵਿ ਰਚਨਾ ਕਰਵਾ ਕੇ ਮਨੁੱਖਤਾ ਨੂੰ ਇੱਕ ਉਪਦੇਸ਼ ਦੇਣ ਦੇ ਵਾਸਤੇ ਬਹੁਤ ਵੱਡਾ ਸਤਿਗੁਰਾਂ ਨੇ ਸਾਡੇ ਵਾਸਤੇ ਇਹ ਉਪਰਾਲਾ ਕੀਤਾ, ਬਖਸ਼ਿਸ਼ ਕੀਤੀ, ਜੋ ਸਮੇਂ-ਸਮੇਂ ਅਨੁਸਾਰ ਅੱਜ ਦੇ ਕਵੀ ਸਿੰਘਾਂ ਨੇ ਅਜੋਕੇ ਸਮੇਂ ਦੇ 52 ਕਵੀ ਸਿੰਘਾਂ ਨੂੰ ਇਸ ਧਰਤੀ ਤੇ ਇਕੱਤਰ ਕਰਕੇ ਸੰਗਤਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ। ਇਹ ਸਮਾਗਮ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਹੈ। ਅੱਜ ਲੋੜ ਹੈ ਸਾਨੂੰ ਕਵੀ ਸਿੰਘਾਂ ਨੂੰ ਮਾਨ ਸਤਿਕਾਰ ਦੇਣ ਦੀ। ਦਾਨ ਕਹੇ ਯੂੰ ਪਰ ਬੀਨਨ ਕੋ ਸੁਥਰੀ ਕਵਿਤਾ ਸੁਣ ਕੇ ਰਸ ਪੀਜੈ। दान कहे यूं पर बीनन को सुथरी कविता सुनकर रस पीजै। कीरत के बिरवा कवि हैं इनको कुमलान न दीजै। कहंदे जिहड़े कवि ने ना ये कीरती दे रुख ने, ये वडियाई दे रुख ने, इन्हां कवियां नूं कदे कुमलाउण नहीं देना चाहिए। एक विद्वान ने बड़े प्यारे शब्द कहे ने, वो कहंदा कि कवि जेड़े ने ना ये मरिया होयां नूं भी जिउंदा कर दिंदे ने। ढूंढ थके त्रिलोकन में, ढूंढ थके त्रिलोकन में, कवि के मुख में अमी रस पीजै। मुए हुए हुए राजे कवियन में जलवालन कीजे। कहंदे कवियां दे मुख विच अमृत हुंदा है ते अमृत जेड़ा वो जिंदगी बख्शदा है। ते जिहड़े कवि ने ना वो मोया होया नूं भी जिउंदा कर दिंदे ने, क्योंकि जस जीवन है जगत में। असली जीवन की है जस, ते कवि जिसदा जस करदे ने ना ਉਹਨੂੰ ਸਾਹਮਣੇ ਖੜਾ ਕਰ ਦਿੰਦੇ ਨੇ। ਸਮਾਗਮ ਵਿੱਚ ਉਕਤ ਸ਼ਖਸੀਅਤਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ ਨੇ ਵੀ ਸੰਬੋਧਿਤ ਕੀਤਾ। ਇਸ ਤੋਂ ਬਾਅਦ ਸਮਾਗਮ ਵਿੱਚ ਸ਼ਾਮਿਲ 52 ਕਵੀਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਮਨਜੀਤ ਸਿੰਘ ਜੀ.ਕੇ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਟੇਜ ਸੰਚਾਲਕ ਤੀਰਥ ਸਿੰਘ ਢਿੱਲੋਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
कि हमारे जैसे क्या लिखें गुरु दशमेश की बातें, हमारे जैसे क्या लिखें गुरु दशमेश की बातें। कोई दरवेश लिख सकता है उस दरवेश की बातें, हमारे जैसे क्या लिखें गुरु दशमेश की बातें। कोई दरवेश लिख सकता है उस दरवेश की बातें। और महापुरुषों की बातों में हजारों राज होते हैं कि हम नादान क्या जाने ये दूरअंदेश की बातें। चार मिसरे और समाप्त फरमाइए। और हुजूर, हमारे मुशायरे की भी एक रवायत हुआ करती है कि जो शेर अच्छा लगे उस पर दाद दी जाए। जैसे हम लोग बिल्कुल आदाब में रह के यहाँ हम लोग सर झुकाते हैं, तो हमारे मुशायरे की भी एक रवायत है, आप उसे भी कायम रखें। और चार मिसरे समाप्त फरमाइए कि जो उठती हैं लहू से वो जरा तुगयानियां देखें, जो उठती हैं लहू से वो जरा तुगयानियां देखें। हमारी कौम को देखें कभी कुर्बानियां देखें, हमारी कौम को देखें कभी कुर्बानियां देखें। और लुटा देते हैं अपनी कौम की खातिर जवां बेटे, लुटा देते हैं अपनी कौम की खातिर जवां बेटे। जो राहे हक पे चलते हैं वो कब आसानियां देखें, जो राहे हक पे चलते हैं वो कब आसानियां देखें। और यहां से चार मिसरे और समाप्त फरमाइए कि इरफान का ज़हूर मेरे खालसे में है, इरफान का ज़हूर मेरे खालसे में है, सच्चाइयों का नूर मेरे खालसे में है। और दुनिया पे छा गया खिलाफत के बावजूद, कुछ बात तो जरूर मेरे खालसे में है, कुछ बात तो जरूर मेरे खालसे में है। और चार मिसरे और देखिए कि ये बात नहीं है, ये बात नहीं है कि ये तलवार से फैला, ये बात नहीं है कि ये तलवार से फैला। सिख पंथ जहां आपके किरदार से फैला, सिख पंथ जहां आपके किरदार से फैला। इस पंथ में एक जज्बा ईसार बहुत है, इस पंथ में एक जज्बा ईसार बहुत है, इस वास्ते दुनिया में ये रफ्तार से फैला। कवि जो 52 दरबार च सोहाए जी, कवि जो 52 दरबार च सोहाए जी, गुरु दे प्यारे सत्कारे वरोसाए जी। सुखिया सुदामा सैनापति ते ध्यान सिंह, बल्लू ते बुलंद नंद लाल शोभा पाए जी। कुल्लू कवरेश पिंडी दास ते धर्म सिंह, अल्लू आसा सिंह सुखदेव उदय राय जी। गुणिया गोपाल नानू चंदन मदन सिंह, माला सिंह मंगल ब्रिज लाल भाए जी। बल्लभ बरिख बिधि चंद मल्लू मान दास, रावल निहाल चंद अमृत राय जी। टेकन जमाल सिंह रोशन मदन गिरी, सुखा सिंह लखा गुरदास गुण गाए जी। धन्ना सिंह चंदा निश्चल दास हंस राम, हीर ते हुसैन अली श्याम अणिराए जी। ईश्वर दास राम नंद सिंह मथरा, आलम ते खान चंद रंग बिखराए जी। कवि जो 52 दरबार च सोहाए जी, गुरु दे प्यारे सत्कारे बरसाए जी। और गीत है जी। मैं गीत गुरु गोबिंद सिंह दा मैनू पाउण समय दी गाउंदी है। मैं गीत गुरु गोबिंद सिंह दा जिनू पाउण समय दी गाउंदी है। जिनू ताल नगारे दिंदे ने ते चंडी नाद वजाउंदी है, जिनू ताल नगारे दिंदे ने ते चंडी नाद वजाउंदी है। मैं गीत गुरु गोबिंद सिंह दा जिनू पाउण समय दी गाउंदी है। मैं दसम पिता दी उस्तत हां, जिनू परम पिता ने कल्याा सी। मैं दसम पिता दी उस्तत हां, जिनू परम पिता ने कल्याा सी। जो आद जुगाद दा तपिया सी, जिने हेम ते आसन मलिया सी। जिस धरती ते उसने जन्म लिया, ओनू गंगा परसण आउंदी है। मैं गीत गुरु गोबिंद सिंह दा। मैं उस शमशीर दी गाथा हां, जिने जाबर नू ललकारिया सी। ते दीन धर्म इंसाफ लई जिने सीस पिता दा वारिया सी। दिल्ली दे उस चौराहे चों लो सिदक सिरड़ दी आउंदी है।
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪਾਉਣ ਸਮੇਂ ਦੀ ਗਾਉਂਦੀ ਹੈ। ਮੈਂ ਉਸ ਮੁਰਸ਼ਿਦ ਦੀ ਮਹਿਮਾ ਹਾਂ ਜੋ ਆਪ ਗੁਰੂ ਹੈ ਚੇਲਾ ਵੀ, ਜੋ ਲੋੜ ਪਵੇ ਤਾਂ ਲੜਾ ਸਕਦਾ 1.25 ਲੱਖ ਦੇ ਨਾਲ ਅਕੇਲਾ ਵੀ, ਜਿਹਦੀ ਪਹੁਲ 'ਚ ਐਸੀ ਸ਼ਕਤੀ ਹੈ ਚਿੜੀਆਂ ਤੋਂ ਬਾਜ ਤੜਾਉਂਦੀ ਹੈ। ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ ਜਿਹਨੂੰ ਪਾਉਣ ਸਮੇਂ ਦੀ ਗਾਉਂਦੀ ਹੈ। ਮੈਂ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਸੰਗੀਓ, ਬੜੇ ਚੁੱਪ ਕਰਕੇ ਤੁਸੀਂ ਕਵਿਤਾਵਾਂ ਸੁਣ ਰਹੇ ਹੋ, ਲੇਕਿਨ ਮੈਂ ਤਾਂ ਅੱਧੀ ਕਵਿਤਾ ਤੁਹਾਡੇ ਤੋਂ ਕਹਾਉਣੀ ਆ। ਬੜੀ ਸੌਖੀ ਜੀ ਪੰਜਾਬੀ ਅਰਦਾਸ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਦੇ ਵਿੱਚ, ਬਸ਼ਰਤੇ ਕਿ ਦਿਲੋਂ ਹੋਵੇ, ਉਤੋਂ ਨਹੀਂ। ਇਹ ਨਹੀਂ ਵੀ 2.5 ਰੁਪਏ ਚੜਾਤੇ ਤੇ ਕਹਿਤਾ ਮਹਾਰਾਜ ਮੇਰੇ ਮੁੰਡੇ ਨੂੰ ਡਬਈ ਲੈ ਜੀ, ਇੱਕ ਅਰਦਾਸ ਥੋੜ੍ਹਾ ਕਿਤੇ ਹੋਵੇਗਾ, ਦਿਲੋਂ ਮਨਜ਼ੂਰ ਕਰਦਾ ਹੈ ਪਰਮਾਤਮਾ। ਮੈਂ ਅਰਦਾਸ ਦੇ ਬਾਰੇ ਸਿੱਖ ਜਗਤ ਦੇ ਵਿੱਚ ਬੜੀ ਵੱਡੀ ਮਹਾਨਤਾ ਹੈ ਜੀ। ਅਰਦਾਸ ਬਾਰੇ ਕੁਝ ਸ਼ਬਦ ਆਪ ਜੀ ਨਾਲ ਸਾਂਝੇ ਕਰਨ ਲੱਗਾ। ਅੱਸੂ ਦਾ ਮਹੀਨਾ ਆ, ਬੜੀ ਸੌਖੀ ਜੀ ਪੰਜਾਬੀ। ਅੱਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ, ਕੋਈ ਪੜੇ ਬਾਣੀ ਕੋਈ ਮਾਲਾ ਪਿਆ, ਕਹਿਣਾ ਹੀ ਪੈਣਾ ਮਾਲਾ ਪਿਆ ਫੇਰ ਦਾ। ਰਾਗੀ ਸਿੰਘ ਰਾਗਾਂ ਦੀਆਂ ਹੇਕਾਂ ਪਏ ਲਾਉਂਦੇ ਆ, ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਆ। ਸੁਬਾ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ, ਸੁਬਾ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ, ਭਾਈ ਹੋਰਾਂ ਹਾਲੀ ਪ੍ਰਸ਼ਾਦ ਵਰਤਾਇਆ ਨਹੀਂ। ਬੱਚੇ ਪਏ ਉਡੀਕਦੇ ਆ ਭੋਗ ਕਦੋਂ ਪਊਗਾ, ਉਹ ਕਿਹੜੇ ਆਸਾਈ ਦੀ ਵਾਰ ਸੁਣਨਾ ਨਿੱਕੇ ਬੱਚੇ ਪਏ ਉਡੀਕਦੇ ਆ ਭੋਗ ਕਦੋਂ ਪਊਗਾ, ਬਾਬਾ ਸਾਨੂੰ ਕੜਾਹ ਪ੍ਰਸ਼ਾਦ ਕਦੋਂ। ਤੋ ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ 6-7 ਬੰਦੇ ਨਾਲ ਆਪਣੇ, ਹਾਂ ਨਵੇਂ ਲੀੜੇ ਉਹਦੇ ਸਾਥੀਆਂ ਨੇ ਪਾਏ ਆ। ਗੁਰੂ ਦਰਬਾਰ 'ਚ ਸੁਗਾਤਾਂ ਲੈ ਕੇ ਆਏ ਆ। ਟੋਰ ਉਹਦਾ ਦੱਸਦਾ ਵੀ ਬੰਦਾ ਕੋਈ ਖਾਸ ਵਾ, ਉਹਦੀ ਤੋਤੇ ਰੰਗੀ ਪੱਗ ਵਾ ਤੇ ਰੇਸ਼ਮੀ ਲਿਬਾਸ ਵਾ, ਗਲ ਉਹਦੇ ਕੈਂਠਾ, ਝਲਕਾਰੇ ਪਏ ਪੈਂਦੇ ਆ। ਪਿੰਡਾਂ ਵਿੱਚ ਲੋਕ ਇਹਨੂੰ ਲਾਲ ਸਿੰਘ ਕਹਿੰਦੇ ਆ। ਲਾਲ ਸਿੰਘ ਸਿੱਧਾ ਦਰਬਾਰ ਵਿੱਚ ਆਇਆ ਏ ਤੇ ਸਿਰ ਉੱਤੇ ਪੰਡ ਇੱਕ ਚੁੱਕ ਕੇ ਲਿਆਇਆ ਏ। ਵੇਖ ਉਹਦੀ ਪੰਡ ਨੂੰ ਹੈਰਾਨ ਹਰ ਜੀ ਏ। ਇਹਦੀ ਖੇਸ ਵਿੱਚ ਬੰਨੀ ਹੋਈ ਪੰਡ ਵਿੱਚ ਕੀ ਕਿਸੇ ਵੀ ਨਹੀਂ ਪੁੱਛਿਆ। ਅਜੀਬ ਇਹ ਸਵਾਲ ਹੈ ਕਿ ਲਾਲ ਸਿੰਘ ਖੇਸ 'ਚ ਲਪੇਟੀ ਹੋਈ ਢਾਲ ਹੈ। ਲਾਲ ਸਿੰਘ ਨੇ ਖੇਸ 'ਚ ਲਪੇਟੀ ਹੋਈ ਢਾਲ ਹੈ। ਗਲ ਵਿੱਚ ਪੱਲਾ ਪਾ ਕੇ ਲਾਲ ਸਿੰਘ ਆਖਿਆ ਜਗ ਦਿਆ ਵਾਲੀਆ ਤੇ ਦੁਖੀਆਂ ਦੇ ਰਾਖਿਆ। ਬੜੀ ਦੂਰੋਂ ਚੱਲ ਕੇ ਆਨੰਦਪੁਰ ਆਇਆ ਵਾਂ ਤੇ ਆਪ ਲਈ ਸੁਗਾਤ ਇੱਕ ਢਾਲ ਮੈਂ ਲਿਆਇਆ ਵਾਂ। ਮਾਤਾ ਕਰਾਂ ਕੀ ਬਿਆਨ, ਪਕਿਆਈ ਇਸ ਢਾਲ ਦੀ ਕਿਸੇ ਨਹੀਂ ਬਣਾਈ ਅਜੇ ਢਾਲ ਇਹਦੇ ਵਿੱਚ ਸ਼ੇਖ ਭਲਾ ਗੋਲੀਆਂ ਕੀ ਪਾਉਣੇ ਆ, ਤੀਰ ਤਲਵਾਰੇ ਦੇ ਸਾਹਮਣੇ ਖੜਾਉਣੇ ਆ ਹੈ ਆਪਦਿਆਂ ਸਿੱਖਾਂ ਕੋਲ। ਜਿੰਨੇ ਹਥਿਆਰ ਨੇ ਮੇਰੀ ਢਾਲ ਸਾਹਮਣੇ ਸਾਰੇ ਹੀ ਬੇਕਾਰ ਨੇ, ਮੇਰੀ ਢਾਲ ਸਾਹਮਣੇ ਇਹ ਸਾਰੇ ਹੀ ਬੇਕਾਰ ਨੇ। ਇੰਨੇ ਆ ਮਲੈਮ, ਉੱਤੇ ਮੱਖੀ ਵੀ ਨਾ ਪੈਂਦੀ ਏ ਤੇ ਗੋਲੀ ਜਦੋਂ ਵੱਜਦੀ ਤੇ ਉਹ ਜਾ ਕੇ ਪੈਂਦੀ ਏ, ਗੋਲੀ ਜਦੋਂ ਵੱਜਦੀ ਤੇ ਉਹ ਜਾ ਕੇ ਪੈਂਦੀ ਏ। ਲਾਲ ਸਿੰਘ ਮਾਣ ਵਿੱਚ ਛਾਤੀ ਤਾਈਂ ਤਾਣ ਕੇ ਟੋਰ ਦੱਸੀ ਜਾਂਦਾ ਸੀ, ਹੰਕਾਰ ਵਿੱਚ ਆਣ ਕੇ ਮਾਣ ਮਤਾ ਬੋਲੀ ਗਿਆ। ਮਾਣ ਵਿੱਚ ਆ ਕੇ ਗੱਲਾਂ ਰਹੇ ਸੁਣਦੇ ਦਾਤਾਰ ਨੀਵੀਂ ਪਾ ਕੇ ਕਹਿਣ ਲੱਗੇ ਭਾਈ ਸਿੱਖਾ ਗੱਲ ਤੇਰੀ ਠੀਕ ਵਾ, ਤੂੰ ਜੋ ਵੀ ਕੁਝ ਆਖਣਾ ਹੈ ਪੱਥਰ ਤੇ ਲੀਕ ਵਾ, ਮੰਨਦੇ ਆ ਲਾਲ ਸਿੰਘਾ ਗੱਲ ਤੇਰੀ ਸੱਚੀ ਆ। ਅਸੀਂ ਕਦੋਂ ਆਖਨੇ ਆ ਢਾਲ ਤੇਰੀ ਕੱਚੀ ਆ, ਅਸੀਂ ਕਦੋਂ ਆਖਨੇ ਆ ਢਾਲ ਤੇਰੀ ਕੱਚੀ ਆ। ਪਰ ਚਾਹਨਾ ਪਹਿਲੋਂ ਹਰ ਹਥਿਆਰ ਅਜ਼ਮਾਈ ਦਾ। ਟਾਈਮ ਥੋੜਾ ਆ, ਮੈਂ ਜਰਾ ਚੌਥੇ ਗੇਅਰ 'ਚ ਚਲਾਉਣ ਲੱਗਾ। ਪਰ ਚਾਹਨਾ ਪਹਿਲੋਂ ਹਰ ਹਥਿਆਰ ਅਜ਼ਮਾਈ ਦਾ ਤੇ ਫਿਰ ਉਹਨੂੰ ਜੰਗ ਦੇ ਮੈਦਾਨ 'ਚ ਲਿਜਾਈ ਦਾ। ਕੱਲ ਨੂੰ ਇੱਕ ਚੰਗੀ ਜੀ ਬੰਦੂਕ ਮੰਗਵਾਵਾਂਗੇ ਤੇ ਕੱਲ ਨੂੰ ਸਵੇਰੇ ਤੇਰੀ ਢਾਲ ਅਜ਼ਮਾਵਾਂਗੇ। ਸਾਡੀ ਵੀ ਬੰਦੂਕ ਦੀ ਨਾ ਗੋਲੀ ਕਿਸੇ ਡੱਕੀ ਆ, ਵੇਖ ਲਾਂਗੇ ਢਾਲ ਤੇਰੀ ਕੱਚੀ ਆ ਗਈ ਪੱਕੀ ਆ ਹੈ। ਗੱਲ ਸੁਣ, ਲਾਲ ਸਿੰਘ ਸੋਚਾਂ ਵਿੱਚ ਪੈ ਗਿਆ। ਚੜਿਆ ਗਰੂਰ ਦਾ ਸਰੂਰ ਸਾਰਾ ਲੈ ਗਿਆ। ਸੋਚੇ ਮਨੋਂ ਮੂਰਖਾ ਉਹ ਤੂੰ ਚੰਦ ਕੀ ਚੜਾ ਲਿਆ, ਹੋ ਕੇ ਟਟੈਣਾ ਮੱਥਾ ਸੂਰਜ ਨਾ ਲਾ ਲਿਆ, ਹੋ ਕੇ ਟਟੈਣਾ ਤੂੰ ਮੱਥਾ ਸੂਰਜ ਨਾ ਲਾ ਲਿਆ। ਉਹਦੀ ਗੋਲੀ ਚਾਵੇ ਛਾਤੀ ਪਿੰਨਦਾ ਪਤਾਲ ਦੀ, ਉਹਦੇ ਅੱਗੇ ਕੀ ਔਕਾਤ ਤੇਰੀ ਢਾਲ ਦੀ।
ਸੋਚਾਂ ਵਿੱਚ ਦਿਲ ਉਹਦਾ ਜਾਂਦਾ ਹੈ ਸੀ ਦੱਬਦਾ, ਭਲਾ ਕਿਆ ਮੁਕਾਬਲਾ ਹੋਏ ਬੰਦੇ ਅਤੇ ਰੱਬ ਦਾ। ਇਦਾਂ ਜਦੋਂ ਮਾਣ ਦਾ ਮਨਾਰਾ ਉਹਦਾ ਢਹਿ ਗਿਆ, ਲੰਘ ਗਈ ਦੁਪਹਿਰ ਅਤੇ ਦਿਨ ਢਾਲੇ, ਪੈ ਗਿਆ ਸ਼ਾਮੀ ਉਹਨੇ ਪਿਆਰ ਨਾਲ ਪੜੀ ਰਹਿ ਰਾਸ ਹੈ, ਗਲ ਵਿੱਚ ਪੱਲਾ ਪਾ ਕੇ ਕੀਤੀ ਅਰਦਾਸ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਦਿਲ ਤੋਂ ਹੰਕਾਰ ਵਾਲੀ ਮੈਲ ਸਾਰੀ ਧੋ ਕੇ ਕਹਿਣ ਲੱਗਾ, ਦਾਤਾ ਸਾਰੇ ਜੱਗ ਦੇ ਵਾਲੀਆ, ਤੇਰਾ ਲਾਲ ਸਿੰਘ ਤੇਰੇ ਦਰ ਦਾ ਸਵਾਲੀ ਹੈ। ਦਾਸ ਸੇਵਕਾਂ ਤੇ ਰੱਖਦਾ ਤੂੰ ਰਹਿਮਤਾਂ ਦੀ ਛਾਂ ਏ, ਮਾਣ ਤੂੰ ਨਮਾਣੇ ਦਾ ਨਥਾਵਿਆਂ ਦੀ ਥਾਂ ਏ, ਬਣੇ ਜੋ ਨਮਾਣਾ ਉਹਦਾ ਦਿਲ ਨਹੀਂ ਤੂੰ ਤੋੜਦਾ, ਦਰ ਉੱਤੇ ਆਇਆ ਤਾਂ ਹੀ ਖਾਲੀ ਵੀ ਨਹੀਂ ਮੋੜਦਾ, ਤੇਰੇ ਅੱਗੇ ਬੇਨਤੀ ਦਾਤਾਰ ਤੇਰੇ ਸਿੱਖ ਦੀ, ਕੱਲ ਨੂੰ ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ, ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ। ਤੋ ਕਰੀ ਜਾਵੇ ਪਾਠ ਨਾਲੇ ਦਿਲ ਡਰੀ ਜਾਂਦਾ ਸੀ, ਮੰਜੇ ਉੱਤੇ ਪਿਆ ਹੀ ਅਰਦਾਸਾਂ ਕਰੀ ਜਾਂਦਾ ਸੀ, ਮੰਜੇ ਉੱਤੇ ਪਿਆ ਹੀ ਅਰਦਾਸਾਂ ਕਰੀ ਜਾਂਦਾ ਸੀ। ਇਦਾਂ ਲਾਲ ਸਿੰਘ ਨੇ ਬਤਾਇਆ ਸਮਾਂ ਰਾਤ ਦਾ, ਤੇ ਗੁਰਾਂ ਨੇ ਸਜਾਇਆ ਏ ਦੀਵਾਨ ਪ੍ਰਭਾਤ ਦਾ। ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਏ, ਤੇ ਨਾਲੇ ਨਾਲ ਆਪਣੀ ਉਹ ਢਾਲ ਵੀ ਲਿਆਇਆ ਏ। ਰੰਗ ਜੋ ਹੰਕਾਰਦਾ ਸੀ ਉਹਦੇ ਦਿਲ ਉੱਤੋਂ ਲਹਿ ਗਿਆ, ਆਣ ਕੇ ਦੀਵਾਨ ਵਿੱਚ ਢਾਲ ਸਣੇ ਬਹਿ ਗਿਆ। ਫਿਰ ਮਾਣਿਆ ਆਨੰਦ ਸੀ ਉਸ ਇਲਾਹੀ ਦਰਬਾਰ ਦਾ, ਭੋਗ ਪਾਇਆ ਗਿਆ ਜਦੋਂ ਆਸਾ ਜੀ ਦੀ। ਇਹਨੇ ਨੂੰ ਦਾਤਾਰ ਦੀ ਆਵਾਜ਼ ਇਦਾਂ ਆਈ ਏ, ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ। ਪਾਤਸ਼ਾਹ ਦੀ ਆਵਾਜ਼ ਆਈ, ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ। ਸੋਚਦੇ ਸੀ ਕਈ ਲਾਲ ਸਿੰਘ ਵੀ ਸ਼ਦਾਈ ਆ, ਹੈ ਕਰਨਾ ਹੰਕਾਰ ਭਲਾ ਕਿੱਥੋਂ ਦੀ ਦਨਾਈ ਆ, ਕਰਨਾ ਹੰਕਾਰ ਭਲਾ ਕਿੱਥੋਂ ਦੀ ਦਨਾਈ ਆ। ਅੱਜ ਪਤਾ ਲੱਗੂ, ਹੁਣ ਵਿੱਚੋਂ ਸੋਚਦੇ ਵੀ ਲਾਲ ਸਿੰਘ ਅੱਜ ਪਤਾ ਲੱਗੂ। ਇਹਦੀ ਧੌਣ ਜਦੋਂ ਭੱਜੂਗੀ ਤੇ ਕੰਨਾਂ ਮੁੱਢ ਗੋਲੀ ਜਦੋਂ ਠਾਹ ਦੇ ਕੇ ਵੱਜੂਗੀ, ਕੰਨਾਂ ਮੁੱਢ ਗੋਲੀ ਜਦੋਂ ਠਾਹ ਦੇ ਕੇ ਵੱਜੂਗੀ। ਮਾਣ ਵਿੱਚ ਮਣਕਾ ਪਨਾਊ ਜਦੋਂ ਧੌਣ ਦਾ, ਆਊਗਾ ਸਵਾਦ ਮੱਥਾ ਗੁਰਾਂ ਨਾਲ ਲਾਉਣ ਦਾ। ਫੇਰ ਅਚਨਚੇਤ ਸਾਰੇ ਚੁੱਪ ਚਾਨ ਹੋ ਗਿਆ। ਲਾਲ ਸਿੰਘ ਢਾਲ ਅੱਗੇ ਤਾਣ ਕੇ ਖਲੋ ਗਿਆ। ਢਾਲ ਪਿੱਛੇ ਅਜੇ ਵੀ ਢਾਲ ਪਿੱਛੇ ਨੈਣਾਂ ਵਿੱਚ ਨੀਰ ਭਰੀ ਜਾਂਦਾ ਸੀ, ਮੀਟੀਆਂ ਸੀ ਅੱਖਾਂ ਅਰਦਾਸ ਕਰੀ ਜਾਂਦਾ ਸੀ। ਤੋ ਇੰਨੇ ਨੂੰ ਬੰਦੂਕ ਗੁਰੂ ਦੇਵ ਨੇ ਉਠਾਈ ਏ, ਲੈਣ ਲਈ ਨਿਸ਼ਾਨਾ ਉਹਨਾਂ ਮੋਢੇ ਨਾਲ ਲਾਈ ਏ। ਕਾਹਦੀ ਇਹ ਬੰਦੂਕ ਮਾਨੋ ਰੂਪ ਨਿਰਾ ਕਾਲ ਦਾ। 3 ਵਾਰੀ ਗੁਰਾਂ ਨੇ ਨਿਸ਼ਾਨਾ ਲਿਆ ਢਾਲ ਦਾ, 3 ਵਾਰੀ। ਐਤਕਾਂ ਦੀ ਵੇਰ ਚੌਥੀ ਵੇਰ ਉਹਨਾਂ ਪੂਰੀ ਨੀਝ ਲਾਈ ਏ, ਪਰ ਗੋਲੀ ਢਾਲ ਉੱਤੇ ਗੋਲੀ ਉਹਨਾਂ ਤਾਂ ਵੀ ਨਾ ਚਲਾਈ। ਕੁਝ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ, 5-6 ਸਿੱਖ ਉੱਠ ਕੇ ਲਾਗੇ ਆ ਗਏ। ਕੁਝ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ, ਇਹ ਮਹਾਰਾਜ ਢਾਲ ਉੱਤੇ ਗੋਲੀ ਕਿਉਂ ਨਹੀਂ ਮਾਰਦੇ? ਕਿਹਲੇ ਦੀ ਉਦਾਂ ਹੀ ਚੁੱਕੀ ਆ, ਹੈ ਮਹਾਰਾਜ ਢਾਲ ਉੱਤੇ ਇਹ ਗੋਲੀ ਕਿਉਂ ਨਹੀਂ ਮਾਰਦੇ? ਪਾਤਸ਼ਾਹ ਵੇਖਣ ਨੂੰ ਉਦਾਂ ਤੇ ਬੰਦੂਕ ਬੜੀ ਸੋਹਣੀ ਆ, ਚੱਲਦੀ ਨਹੀਂ ਜਿਹੜੀ, ਇਹ ਖਰਾਬ ਹੋ ਗਈ ਹੋਣੀ ਆ, ਚੱਲਦੀ ਜੋ ਹੈ ਨਹੀਂ ਗੀ, ਖਰਾਬ ਹੋ ਗਈ ਹੋਣੀ ਆ। ਤੇ ਹੌਲੀ ਜਿਹੀ ਹੱਸ ਕੇ ਤੇ ਗੁਰਾਂ ਅੱਗੋਂ ਕਿਹਾ, ਇਹ ਸਿੱਖੋ ਢਾਲ ਦਾ ਨਿਸ਼ਾਨਾ ਮੈਂ ਤਾਂ 4 ਵਾਰੀ ਲਿਆ, ਗੋਲੀ ਕਿੱਥੇ ਮਾਰਾਂ, ਗੋਲੀ ਕਿੱਥੇ ਮਾਰਾਂ? ਸਿੱਖਾਂ ਨੂੰ ਕਹਿ ਰਹੇ ਪਾਤਸ਼ਾਹ ਮੈਂ ਹੈਰਾਨ ਹਾਂ ਸਵਾਲ ਤੇ, 9ਵੇਂ ਪਾਤਸ਼ਾਹੀਆਂ ਹੱਥ ਰੱਖੇ ਹੋਇਆ ਢਾਲ ਤੇ। ਗੋਲੀ ਕਿੱਥੇ ਮਾਰਾਂ ਮੈਂ ਹੈਰਾਨ ਹਾਂ ਖਿਆਲ ਤੇ, 9ਵੇਂ ਪਾਤਸ਼ਾਹੀਆਂ ਹੱਥ ਰੱਖੇ ਹੋਇਆ ਢਾਲ ਤੇ। ਢਾਲ ਪਿੱਛੇ ਲਾਲ ਸਿੰਘ ਨੇ ਨੈਣ ਭਰੇ ਹੋਏ ਆ, ਤੇ ਢਾਲ ਅੱਗੇ ਗੁਰੂ ਦੇਵਾਂ ਹੱਥ ਧਰੇ ਹੋਏ। ਸਿੱਖਾਂ ਤਾਂ ਹੀ ਕਿਹਾ ਇਦਾਂ ਦੁਨੀਆ ਦੇ ਵਾਲੀ ਏ ਸਿੱਖੋ, ਢਾਲ ਉੱਤੇ ਗੋਲੀ ਜੋਗੀ ਥਾਂ ਵੀ ਨਾ ਖਾਲੀ ਏ। ਦਿਲ ਵਿੱਚ ਹੋਇਆ ਜਦੋਂ ਨਿਮਰਤਾ ਦਾ ਵਾਸ ਹੈ, ਹੋ ਗਈ ਸੱਚੇ ਸਿੱਖ ਦੀ ਕਬੂਲ ਅਰਦਾਸ। ਜਦੋਂ ਦਿਲ ਵਿੱਚ ਨਿਮਰਤਾ ਆ ਗਈ ਨਾਲੇ ਗੁਰਬਾਣੀ ਵੀ, ਤਾਂ ਸਿੱਖੋ ਇਹੀ ਫਰਮਾਂਦੀ ਏ ਸੱਚੀ ਅਰਦਾਸ ਕਦੇ ਬਿਰਥਾ ਨਾ ਜਾਂਦੀ ਏ। ਦਾਤੇ ਨੂੰ ਤੇ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਉਹ ਕਹਿੰਦਾ ਮੇਰੇ ਕੋਲ ਕੁਛ ਲਵੇ ਸਹੀ, ਹੈ ਦਿੰਦਾ ਦੇ, ਲੈਂਦੇ ਥੱਕ ਪਾਏ ਅਸੀਂ ਥੱਕ ਜਾਂਦੇ ਆ। ਦਾਤੇ ਨੂੰ ਤੇ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਇਹ ਨਹੀਂ ਤਰੀਕਾ ਆਉਂਦਾ ਝੋਲੀਆਂ ਫੈਲਾਉਣ ਦਾ। ਚਮਨ ਇਸ ਦਰ ਉੱਤੇ ਪੈਂਦੀਆਂ ਨੇ ਪੂਰੀਆਂ, ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ, ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ। ਮੈਨੂੰ ਇਹ ਲੱਗਦਾ ਹੈ ਕਿ ਇਸ ਰਿਵਾਇਤ ਨੂੰ
बहुत मजबूत करने की लोड़ है, इस रिवायत ते चलण की लोड़ है। और जिहड़ी काव कला है उसनूं होर ज़्यादा शिद्दत नाल उसनूं प्रबल किया जाए अपने समाज विच, इसकी बहुत सख्त लोड़ है। जदों गुरु गोबिंद सिंह पातशाह के 350वें प्रकाश दिवस के संबंध विच चंडीगढ़ विच मीटिंग हुई सी, पंजाब के मुख मंत्री सरदार प्रकाश सिंह बादल की प्रधानगी विच प्रधान साहब उचेचे तौर पर उस मीटिंग में शामिल सन। और उत्थे ये सोचा जा रहा सी कि किस तरह गुरु गोबिंद सिंह पातशाह का 350वां प्रकाश दिवस पूरे हिंदुस्तान च बड़ी खूबसूरती नाल मनाया जाए, की प्रोग्राम किए जान। और मैनूं बहुत खुशी हुई कि पंथ दीयां सारियां जथेबंदियां ने और खास तौर पर श्रोमणी गुरुद्वारा प्रबंधक कमेटी ने यह फैसला किया कि बहुत सारे ऐसे समागम ने जिहड़े धार्मिक तौर पर किए जाने चाहिए ने, उन्हां दी फहरिस्त तैयार की गई। और फहरिस्त तैयार करके एक लंबा सिलसिला प्रोग्रामां दा जिहदी शुरुआत अज हो रही है, जनवरी तक ये प्रोग्राम चलने ने। प्रधान साहब जथेदार अवतार सिंह होरां ने श्रोमणी गुरुद्वारा प्रबंधक कमेटी वालों अपना जिहड़ा प्रोग्राम की लिस्ट है वो उत्थे दसी। और ये पहला प्रोग्राम है 52 कवियां का जिहड़ा अज इस धरती ते हो रहा है। दिल्ली गुरुद्वारा कमेटी भी इस विच शामिल है, जथेदार मनजीत सिंह और उन्होंने सारे साथी आए ने। दिल्ली गुरुद्वारा प्रबंधक कमेटी ने भी कुछ प्रोग्राम उलीके ने। पंजाबी यूनिवर्सिटी वालों साडी जिम्मेवारी लाई गई, असी 6 सैमीनार ऑर्गेनाइज करने का फैसला किया है ਵੱਖ-ਵੱਖ ਥਾਵਾਂ ਤੇ। पंजाबी यूनिवर्सिटी पटियाला च एक सैमीनार, गुरु नानक देव यूनिवर्सिटी अमृतसर एक सैमीनार, पंजाब यूनिवर्सिटी चंडीगढ़ एक सैमीनार, कैलकटा विच एक सैमीनार, बॉम्बे विच एक सैमीनार दिल्ली विच और एक सैमीनार गुरु ग्रंथ साहब यूनिवर्सिटी फतेहगढ़ साहब विच। तो बहुत सारे प्रोग्राम उलीके गए ने। मैं बहुत मुबारक देंदा पौंटा साहब की सारी संगत नूं, जिस तरह हुमा के संगत अज इस दीवान च पहुंची है, मैनू बहुत खुशी हो रही है। वड्डी खुशी इस गल की है कि जिहड़ी काव परंपरा नानक शायर ये कहत है, गुरु नानक पातशाह ने अपने नाल कोई लकब लाया है, मैनू बहुता नहीं पता, एक ढाडी लाया है या फिर हुणे गल हो रही सी शायर लाया, नानक शायर ये कहते हैं। अपने आप को शायर की तरह पेश किया गुरु नानक पातशाह ने। साडी रिवायत है पोइट्री की, साडी रिवायत है बाणी की, साडी रिवायत है। और मैं बहुता विस्तार च नहीं जावांगा, बहुत कुछ किया जा सकता है, पर मैं सिर्फ अपनी खुशी व्यक्त करदा। ये जिहड़ा पुस्तक रूप विच जो अज कवितावां पढ़ियां जाणियां ने, पहला तो इन्हां कवितावां नूं मंगाया गया और पूरे हिंदुस्तान तो वड्डे नामवर शायर जिहड़े ने उन्हां नूं बेनती की गई है कि तुसीं कविता लिख के भेजो। और फिर उसनूं एडिट किया गया, फिर श्रोमणी गुरुद्वारा प्रबंधक कमेटी वालों किताब रूप विच ये 52 कवियां दीयां रचनावां जिहड़ियां ने उन्हां नूं संपादित कर दिता गया। और इसकी हुणे कुंड चुकाई जिन्हों कहते हैं, लोकार्पण जिन्हों कहते हैं, हुणे किया जाएगा। ये बहुत वड्डी खुशी की गल है कि कवि दरबार आयोजित किया गया। देखो गल ये है, एक सवाल मेरे मन च है कि गुरु गोबिंद सिंह पातशाह ने ये 52 कवियां की पिरथ क्यों पाई सी, कवि दरबारां की पिरथ क्यों पाई सी, काव रचना की पिरथ क्यों पाई सी, की खास गल सी कि गुरु गोबिंद सिंह पातशाह ने कवियां नूं इकट्ठा किया। और उहदे विच परशियन के कवि भी ने, उहदे पंजाबी के कवि भी ने, उहदे विच ब्रज भाषा के कवि भी ने, उहदे विच उर्दू के कवि भी ने, हर किस्म के मैं समझदा कि जुबान और लहजे वाले कवियां नूं इकट्ठा करके की कारण सी। बहुत कारण हो सकते हैं, इतिहासक कारण हो सकते हैं, पर एक कारण साहित्यिक रूप में तुहाडे नाल मैं साझा करना चाहुंदा। मैं ये गल मनदा, पहली गल कि प्रोज विच वार्तक विच जिहड़ी गल 10 सफ़ियां च कही जा सकती है, वो शायद 1 या 2 शेर विच कविता विच कही जा सकती है। और पता नहीं क्यों जिहड़ी कविता की विधा है उस विच इन्नी ताकत है, इन्नी ताकत है। हुणे चमन हरगोबिंदपुरी तुहानूं कविता सुना के गए ने अरदास ते। मैं समझदा कि अगर मैं लेख लिखिया होवे, 10 लेख लिखे हो, होरनां ने लेख लिखे हो, शायद वो गल तुर अंदर तक ना जावे।
ਜਿੰਨੀ ਗੱਲ ਇਸ ਕਵਿਤਾ ਰਾਹੀਂ ਮੇਰੇ ਅੰਦਰ ਵਸ ਗਈ ਹੈ, ਤੁਹਾਡੇ ਸਾਰਿਆਂ ਵਿੱਚ ਵਸ ਗਈ ਹੋਣੀ ਹੈ ਕਿ ਅਰਦਾਸ ਦੀ ਕੀ ਅਹਿਮੀਅਤ ਹੈ ਸਾਡੀ ਪਰੰਪਰਾ ਵਿੱਚ। ਤਾਂ ਪਹਿਲੀ ਗੱਲ ਇਹ ਹੈ ਕਿ ਜਿਹੜੀ ਗੱਲ ਪ੍ਰੋਜ਼ ਵਿੱਚ ਕਈ ਸਫ਼ਿਆਂ ਵਿੱਚ ਕਹੀ ਜਾ ਸਕਦੀ ਹੈ, ਉਹ ਇੱਕ ਕਵਿਤਾ ਦੇ ਬੰਦ ਵਿੱਚ ਉਸ ਨੂੰ ਕਿਹਾ ਜਾ ਸਕਦਾ ਹੈ। ਇੱਕ ਗੱਲ ਹੋਰ ਹੈ, ਉਹਦੇ ਵਾਸਤੇ ਵਿਸਤਾਰ ਦੀ ਕਿਸੇ ਵੇਲੇ ਕੀਤਾ ਜਾਵੇ। ਕਈ ਵਾਰੀ ਜਿਹੜੀ ਗੱਲ ਪ੍ਰੋਜ਼ ਵਿੱਚ ਨਹੀਂ ਕਹੀ ਜਾ ਸਕਦੀ, ਵਾਰਤਕ ਵਿੱਚ ਨਹੀਂ ਕਹੀ ਜਾ ਸਕਦੀ, ਉਹ ਪੋਇਟਰੀ ਵਾਲਾ ਕਹਿ ਜਾਂਦਾ ਹੈ, ਉਹ ਕਵਿਤਾ ਵਾਲਾ ਕਹਿ ਜਾਂਦਾ ਹੈ। ਇਹ ਬਹੁਤ ਡੂੰਘੀ ਗੱਲ ਹੈ, ਇਸ ਨੂੰ ਕਦੀ ਤੁਸੀਂ ਧਿਆਨ ਦੇਣਾ ਕਿ ਜੇ ਮੈਂ ਉਹ ਗੱਲ ਵਾਰਤਕ ਚ ਕਵਾਂਗਾ ਤਾਂ ਹੋ ਸਕਦਾ ਹੈ ਕਿ ਉਹ ਮੈਂ ਸੰਪੂਰਨਤਾ ਨਾਲ ਉਸ ਸ਼ਿੱਦਤ ਨਾਲ ਨਾ ਕਹਿ ਸਕਾਂ, ਪਰ ਕਵਿਤਾ ਵਿੱਚ ਉਹ ਗੱਲ ਕਹੀ ਜਾ ਸਕਦੀ ਹੈ ਜਿਹੜੀ ਵਾਰਤਕ ਵਿੱਚ ਕਈ ਵਾਰੀ ਨਹੀਂ ਕਹੀ ਜਾ ਸਕਦੀ। बहुत कुछ ऐसा है, इस वे उदाहरण देंगा तो शायद ठीक नहीं लगेगा। खुरासान खसमाना किया, हिंदुस्तान डराया, आपे दोस्त न देई करता, जम कर मुगल चढ़ाया, एती मार पे कुरलाने तैकी दर्द आया। गुरु नानक पातशाह की रचना, उस वेले का सारा इतिहास, सारा ਜਿਹੜਾ ਹਮਲਾ ਹੈ ਉਸਨੂੰ ਇਹਨਾਂ ਪੰਕਤੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਂਭ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤਾ। ਕਵਿਤਾ ਦੀ ਇੱਕ ਖਾਸ ਅਹਿਮੀਅਤ ਹੈ, ਔਰ ਮੈਂ ਇਹ ਸਮਝਦਾ ਕਿ ਦਿਲ ਵਿੱਚ ਦਿਮਾਗ ਵਿੱਚ ਕਵਿਤਾ ਦਾ ਅਸਰ ਜਿੰਨਾ ਹੁੰਦਾ ਹੈ ਇੰਨਾ ਸ਼ਾਇਦ ਕਿਸੇ ਹੋਰ ਗੱਲ ਦਾ ਨਹੀਂ ਹੋ ਸਕਦਾ। ਇਸੇ ਵਾਸਤੇ ਕਾਵਿ ਰੂਪ ਵਿੱਚ ਪੁਰਾਣੀ ਪਰੰਪਰਾ ਹੈ ਰਚਨਾ ਕਰਨ ਦੀ, ਕਿਉਂਕਿ ਜਿਹੜੀ ਗੱਲ ਕਾਵਿ ਰੂਪ ਵਿੱਚ ਹੋਵੇ, ਜਿਹੜੀ ਪੋਇਟਰੀ ਵਿੱਚ ਹੋਵੇ, ਉਹ ਸ਼ਿੱਦਤ ਨਾਲ ਤੁਰ ਅੰਦਰ ਤੱਕ ਅਸਰ ਕਰ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਹੁੰਦੇ ਸਨ ਕਿ ਉਹਨਾਂ ਦੇ ਪੈਰੋਕਾਰਾਂ ਵਿੱਚ ਪੋਇਟਰੀ ਵਾਸਤੇ ਇਹਤਰਾਮ ਪੈਦਾ ਹੋਵੇ, ਪੋਇਟਰੀ ਨਾਲ ਪਿਆਰ ਪੈਦਾ ਹੋਵੇ, ਕਵਿਤਾ ਨਾਲ ਉਹਨਾਂ ਦਾ ਪਿਆਰ ਪੈ ਜਾਵੇ, ਕਵਿਤਾ ਦਾ ਉਹ ਇਹਤਰਾਮ ਕਰਨ, ਕਵੀਆਂ ਦਾ ਉਹ ਸਤਿਕਾਰ ਕਰਨ, ਕਵੀਆਂ ਨੂੰ ਉਹ ਨਤਮਸਤਕ ਹੋਣ। ਇਹ ਪਰੰਪਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੀ ਸ਼ਿੱਦਤ ਨਾਲ ਇਸ ਪਰੰਪਰਾ ਨੂੰ ਮੈਂ ਸਮਝਦਾ ਕਿ ਅਹਿਮੀਅਤ ਦੇਣਾ ਚਾਹੁੰਦੇ ਸਨ, ਸਟਰੋਂਗ ਕਰਨਾ ਚਾਹੁੰਦੇ ਸਨ। ਇਸ ਵਾਸਤੇ 52 ਕਵੀਆਂ ਦੀ ਇਹ ਜਿਹੜੀ ਹੈ ਪਿਰਤ ਪਾਈ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਔਰ ਮੈਨੂੰ ਇਹ ਲੱਗਦਾ ਹੈ, ਹੋ ਸਕਦਾ ਹੈ ਕਿ ਮੈਂ ਇਤਿਹਾਸਕ ਤੌਰ ਤੇ ਗਲਤ ਹੋਵਾਂ ਜਾਂ ਮੇਰੀ ਪੂਰੀ ਜਾਣਕਾਰੀ ਨਾ ਹੋਵੇ, ਇਹੋ ਜਿਹਾ 52 ਕਵੀਆਂ ਦਾ ਕਵੀ ਦਰਬਾਰ ਸ਼ਾਇਦ ਬੜੇ ਸਾਲਾਂ, ਮੈਂ ਤੇ ਕਹਿ ਸਕਦਾ ਕਿ ਸ਼ਾਇਦ ਉਸ ਤੋਂ ਬਾਅਦ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ, ਪਰ ਇਸ ਤਰ੍ਹਾਂ 52 ਕਵੀਆਂ ਨੂੰ ਇਕੱਠਾ ਕਰਕੇ ਉਹਨਾਂ 52 ਕਵੀਆਂ ਦੀ ਯਾਦ ਵਿੱਚ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਸ ਕਵੀ ਦਰਬਾਰ ਦੀ ਯਾਦ ਵਿੱਚ ਇਹੋ ਜਿਹਾ 52 ਕਵੀਆਂ ਦਾ ਜਿਹੜਾ ਸੁਮੇਲ ਹੈ, ਜਿਹੜਾ ਇਹ ਕਵੀ ਦਰਬਾਰ ਹੈ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇਤਿਹਾਸਕ ਘਟਨਾ ਹੈ। ਅੱਖ ਖੁੱਲੀ ਅਜੇ ਚਾਈ ਖੇਡਣ ਦੀ ਹੀ ਰੁੱਤ ਸੀ ਕਿ ਉਸ ਕੌਤਿਕ ਐਸਾ ਰਚਾ ਦਿੱਤਾ, ਪਿਤਾ ਕੁਰਬਾਨ ਕੀਤਾ ਇਹ ਜਗਤ ਬਚਾ ਦਿੱਤਾ, ਪਿਤਾ ਕੁਰਬਾਨ ਕੀਤਾ ਇਹ ਜਗਤ ਬਚਾ ਦਿੱਤਾ। ਬਣ ਆਪੇ ਗੁਰਚੇਲਾ ਉਸ ਅੰਮ੍ਰਿਤ ਐਸਾ ਛਕਾ ਦਿੱਤਾ, ਗਿੱਦੜਾਂ ਵਾਂਗਰ ਡਰਦਿਆਂ ਨੂੰ ਬੱਬਰ ਸ਼ੇਰ ਬਣਾ ਦਿੱਤਾ। ਉਸ ਅਣਖ ਦਾ ਐਸਾ ਦੀਪ ਜਗਾ ਦਿੱਤਾ, ਉਸ ਅਣਖ ਦਾ ਐਸਾ ਦੀਪ ਜਗਾ ਦਿੱਤਾ, ਦੱਬੇ ਕੁਚਲੇ ਹੰਬੇ ਹਾਰੇ ਬੇਬਸਿਆਂ ਨੂੰ, ਦੱਬੇ ਕੁਚਲੇ ਹੰਬੇ ਹਾਰੇ ਬੇਬਸਿਆਂ ਨੂੰ ਖਾਲਸ ਬਣਾ ਦਿੱਤਾ। ਉਹ ਜ਼ੁਲਮ ਜਬਰ ਨਾਲ ਲੜਿਆ ਸੀ, ਉਹ ਜ਼ੁਲਮ ਜਬਰ ਨਾਲ ਲੜਿਆ ਸੀ, ਉਹ ਬਾਂਗ ਚਟਾਨਾ ਅੜਿਆ ਸੀ, ਬਾਦਸ਼ਾਹਾਂ ਨਾਲ ਲੈ ਕੇ ਟੱਕਰ ਉਹ ਸੰਗ ਮਜ਼ਲੂਮਾਂ ਖੜਿਆ ਸੀ। ਉਸ ਦੇ ਚੋਜ ਸਾਰੇ ਹੀ ਨਿਆਰੇ ਸਨ, ਉਸ ਦੇ ਚੋਜ ਸਾਰੇ ਹੀ ਨਿਆਰੇ ਸਨ, ਲੋਕਾਂ ਨੂੰ ਵਾਰਨ ਤੋਂ ਪਹਿਲਾਂ ਉਸ ਪੁੱਤ ਆਪਣੇ ਹੀ ਵਾਰੇ ਸਨ। ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਇਹ ਦੁਨੀਆ ਨਹੀਂ ਕਮਦੇਲਿਆਂ ਦੀ ਰਣ ਹੈ ਪੌਣ ਸਵਾਰਾਂ ਦਾ, ਇਹ ਦੁਨੀਆ ਨਹੀਂ ਕਮਦੇਲਿਆਂ ਦੀ ਰਣ ਹੈ ਪੌਣ ਸਵਾਰਾਂ ਦਾ, ਨੀਹਾਂ ਦੇ ਵਿੱਚ ਸਿਰ ਹੋਣ ਮੁੱਲ ਪੈ ਜਾਂਦਾ ਦੀਵਾਰਾਂ ਦਾ। ਜੋ ਦੀਨ ਦੁਖੀ ਕੇ ਹੇਤ ਲੜੇ, ਉਸ ਦੀ ਹੀ ਬੇੜੀ ਤੋੜ ਚੜੇ,
ਜੋ ਰੋਕ ਪਿਆ ਤੇ ਰੁਕ ਜਾਵਣ, ਬੁੱਸ ਜਾਂਦੇ ਪਾਣੀ ਖੜੇ ਖੜੇ, ਤਪਦੇ ਥਲ ਵਿੱਚ ਦੀ ਪੈਂਡਾ ਕਰਦੇ ਚਾਹੁੰਦਾ ਸਾਥ ਬਹਾਰਾਂ ਦਾ। ਇਹ ਦੁਨੀਆ ਨਹੀਂ ਕਮਦਿਲਿਆਂ ਦੀ ਰਣ ਹੈ ਪੌਣ ਸਵਾਰਾਂ ਦਾ। ਜੋ ਸੂਲੀ ਚੜ ਮੁਸਕਾਉਂਦੇ ਨੇ ਉਹੀ ਉੱਚੇ ਰੁਤਬੇ ਪਾਉਂਦੇ ਨੇ। ਇਤਿਹਾਸ ਗਵਾਹ ਬਹਿ ਤਵੀਆਂ ਤੇ ਉਹ ਜਾਬਰ ਨੂੰ ਅਜਮਾਉਂਦੇ ਨੇ। ਅਣਖਾਂ ਤੇ ਇੱਜ਼ਤਾਂ ਵਾਲਿਆਂ ਨੂੰ ਨਹੀਂ ਡਰ ਸ਼ਾਹੀ ਦਰਬਾਰਾਂ ਦਾ। ਇਹ ਦੁਨੀਆ ਨਹੀਂ ਕਮਦਿਲਿਆਂ ਦੀ ਰਣ ਹੈ ਪੌਣ ਸਵਾਰਾਂ ਦਾ। ਭਾਵੇਂ ਸਰਸਾ ਹੜਪ ਜਾਏ ਵਿਦਿਆ ਧਰ, ਜਿਹੜਾ ਗ੍ਰੰਥ ਸੀਗਾ ਨੌਮਨ ਜਿਹਦਾ ਪਾਠ ਸੀਗਾ ਸਰਸਾ 'ਚ ਰੁੜ ਗਿਆ। ਭਾਵੇਂ ਸਰਸਾ ਹੜਪ ਜਾਏ ਵਿਦਿਆ ਧਰ, ਵਿਵੇਕ ਡੀਕ ਨਾ ਸਕੇ ਕੋਈ ਵੀ ਸਰ। ਐਸਾ ਵਿਵੇਕ ਬੁੱਧ ਮੇਰੇ ਵਿੱਚ ਧਰ ਦੇ, ਸਾਹਿਬੇ ਕਮਾਲ ਵਰ ਦੇ। ਖੁਦਾ ਦਾ ਦੋਸਤ ਤੂੰ ਸਮਸਤੁਲ ਨਿਵਾਸੀ, ਰਸਨਾ ਤੇਰੀ ਉਸਤਤੇ ਕਮਾਲ। ਗਾਵੀ ਜਾਵੇ ਤੁਹੀ ਦਾ ਮਹਾ ਅਲਾਪ, ਐਸਾ ਕਿਣਕਾ ਜੀਭਾ ਮੇਰੀ ਤੇ ਧਰ ਦੇ, ਐਸਾ ਗੁਰੂ ਕੋਈ ਵਰ ਦੇ। ਸ਼ਬਦ ਸ਼ਬਦ ਵਰਣ ਵਰਣ, ਹਰੇਕ ਸਾਹ ਵਿੱਚ ਬ੍ਰਹਮ ਦਾ ਸਿਮਰਨ। ਸਿਮਰਨ ਵਿੱਚ ਧਰਮ, ਧਰਮ ਵਿੱਚ ਸਦਾਚਾਰ, ਸੂਰਬੀਰਤਾ, ਕੌਮ ਉਸਾਰੀ, ਪ੍ਰਬੰਧਕਾਰੀ, ਸਿਆਸਤਦਾਰੀ। ਦੇਵੀ ਤੇਜ ਦੇ ਮਾਲਿਕ ਮੇਰੇ ਸਾਹਿਬੇ ਕਮਾਲ, ਬਾਦਸ਼ਾਹ ਦਰਵੇਸ਼ ਹੁਨਰ ਆਪਣੇ ਚੋਂ। ਕਲਮ ਮੇਰੀ ਤੇ ਇੱਕ ਅੱਖਰ ਸੱਚੇ ਦਾ ਧਰ ਦੇ, ਐਸੀ ਕਿਰਪਾ ਪ੍ਰਭ ਕਰ ਦੇ। छंद पिता गोविंद के सर्व विश्व विख्यात, तोमर तोटक चाचरी छप्पे भुजंग प्रयात। छंद पिता गोविंद के सर्व विश्व विख्यात, राग रागनी से सजे अद्भुत काव्य अनेक। कलगीधर की शान में शब्द एक से एक, परम पुरुष ने खुद रचा मानवता का ताज। भेजा कर अभिषेक जो दशम गुरु महाराज, सिंहासन पर बैठकर पहन तो ले सब ताज। सब राजाओं के मगर दशम गुरु महाराज, सब राजाओं के मगर दशम गुरु महाराज। नितनेम जो सच्चे मन नाल करदा है, चौधरी साहब, नितनेम जो सच्चे मन नाल करदा है, भवजल विचों उसदा बेड़ा तरदा है। भवजल विचों उसदा बेड़ा तरदा है। आ भाई कन्हैये वर्गा बन के वेख तां सही, बाजां वाला किवें झोलियां भरदा है। अगला शेर पढ़न तो पहला एक शेर होर, उस तो बाद आप जी दी ज़हमत तमाम कि उसनू लोड़ नहीं पैंदी ढेर किताबां दी। बल साहब, उसनू लोड़ नहीं पैंदी ढेर किताबां दी, जपजी साहिब नू समझ के जेड़ा पढ़दा है। जपजी साहिब नू समझ के जेड़ा पढ़दा है। कविता दे 2-3 शेर आप जी दी नज़र, या जिस तरह तुसी सुनोगे उस तरह, जे तां हुंगारा मिलता रहा अगले शेर, नहीं फिर आप जी दी ज़हमत तमाम कि जिसने गुरु ग्रंथ नू सीस नवाया है, जिसने गुरु ग्रंथ नू सीस नवाया है, उसने अपने भागा नू रुशनाया है। उसने अपने भागा नू रुशनाया है। आवे स्वर्ग दी खुशबू मेरे हत्थां चों। संगत जी, आवे स्वर्ग दी खुशबू मेरे हत्थां चों, हथ तेरी चौखट नू जातों लाया है। दसवें पातशाह वाली निष्काम सेवा कोई होर नहीं जग ते कर सकिया। ओ मरदे अपने लई तां लोक लखां, दुखियां वास्ते कोई नहीं मर सकिया।
ਪੁੱਤ ਮਰਨ ਤੇ ਮਾਪੇ ਬੇਜ਼ਾਰ ਹੁੰਦੇ, ਸੱਲ ਪੁੱਤਾਂ ਦਾ ਕੋਈ ਨਹੀਂ ਯਾਰ ਸਕਿਆ। ਉਹ ਦੁਨੀਆ ਪੁੱਤ ਵਿਆਹੁਣੇ ਤਾਂ ਜਾਣਦੀ ਏ, ਲਾੜੀ ਮੌਤ ਨੂੰ ਕੋਈ ਨਹੀਂ ਵਰ ਸਕਿਆ। ਤੋ ਕਵਿਤਾ ਜੀ, ਪੋਹ ਸੁਦੀ 7ਵੀਂ ਨੂੰ ਆਇਆ ਰੱਬੀ ਨੂਰ ਇੱਕ, ਪੋਹ ਸੁਦੀ 7ਵੀਂ ਨੂੰ ਆਇਆ ਰੱਬੀ ਨੂਰ ਇੱਕ, ਪਟਣੇ ਦੀ ਧਰਤੀ ਨੂੰ ਭਾਗ ਜਿਹਨੇ ਲਾਇਆ ਸੀ। ਉਹ ਵੇਖਿਆ ਨਜ਼ਾਰਾ ਜਦੋਂ ਪੀਰ ਸ਼ਾਹ ਭੀਖਣ ਨੇ ਦੂਰ ਬੈਠੇ ਨੇ ਹੀ ਸਿਰ ਆਪਣਾ ਝੁਕਾਇਆ ਸੀ।